ਬਾਪ ਅਤੇ ਬੇਟੇ ਅਤੇ ਰੂਹ ਪਾਕ ਦੇ ਨਾਮ ਉੱਤੇ ਆਮੀਨ। ਆਓ ਅਸੀਂ ਆਪਣੇ ਆਪ ਨੂੰ ਪ੍ਰਭੂ ਯਿਸੂ ਦੇ ਚਰਨਾਂ ਦੇ ਵਿੱਚ ਸਮਰਪਿਤ ਕਰੀਏ ਅਤੇ ਉਸ ਦੀ ਸਹਾਇਤਾ ਮੰਗੀਏ ਕਿ ਐ ਪ੍ਰਭੂ ਸਾਨੂੰ ਆਪਣੀ ਪਵਿੱਤਰ ਆਤਮਾ ਦੇ ਨਾਲ ਭਰਪੂਰ ਕਰੋ, ਤਾਂ ਜੋ ਅਸੀਂ ਤੁਹਾਡੇ ਵਚਨਾਂ ਨੂੰ ਸੁਣ ਸਕੀਏ, ਤੁਹਾਡੇ ਵਚਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਸਕੀਏ। ਪ੍ਰਭੂ, ਜਿਵੇਂ ਤੁਸੀਂ ਕਿਹਾ ਹੈ ਕਿ ਜਦੋਂ ਪਵਿੱਤਰ ਆਤਮਾ ਆਵੇਗਾ ਤਾਂ ਤੁਸੀਂ ਸ਼ਕਤੀ ਪ੍ਰਦਾਨ ਕਰੋਗੇ। ਐ ਪ੍ਰਭੂ, ਇਸ ਸਮੇਂ ਜੋ ਵੀ ਤੁਹਾਨੂੰ ਸੁਣ ਰਹੇ ਹਨ ਪ੍ਰਭੂ, ਉਹਨਾਂ ਸਾਰਿਆਂ ਨੂੰ ਆਪਣੀ ਆਸ਼ੀਸ਼ ਅਤੇ ਬਰਕਤ ਦੇਣਾ। ਪ੍ਰਭੂ, ਤੁਹਾਡੇ ਵਚਨ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੰਮ ਕਰਨ। ਪ੍ਰਭੂ, ਇੱਕ ਵਾਰੀ ਫੇਰ ਅਸੀਂ ਆਪਣੇ ਆਪ ਨੂੰ ਤੁਹਾਡੇ ਪਵਿੱਤਰ ਹੱਥਾਂ ਦੇ ਵਿੱਚ ਦਿੰਦੇ ਹਾਂ। ਐ ਪ੍ਰਭੂ, ਇਸ ਸਮੇਂ ਅਸੀਂ ਤੁਹਾਨੂੰ ਮਹਿਸੂਸ ਕਰ ਸਕੀਏ, ਤੁਹਾਡੀ ਆਵਾਜ਼ ਨੂੰ ਸੁਣ ਸਕੀਏ, ਤੁਹਾਡੇ ਵਚਨਾਂ ਨੂੰ ਸਮਝ ਸਕੀਏ ਜੋ ਤੁਸੀਂ ਸਾਨੂੰ ਇਸ ਸਮੇਂ ਦੱਸਣ ਲਈ ਜਾ ਰਹੇ ਹੋ। ਐ ਪ੍ਰਭੂ, ਅਸੀਂ ਨਹੀਂ ਬਲਕਿ ਤੁਹਾਡਾ ਪਵਿੱਤਰ ਆਤਮਾ ਸਾਡੇ ਵਿੱਚ ਕੰਮ ਕਰੇ। ਅਸੀਂ ਇਹ ਦੁਆ ਮੰਗਦੇ ਹਾਂ ਆਪਣੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ, ਆਮੀਨ। ਮਸੀਹ ਵਿੱਚ ਮੇਰੇ ਪਿਆਰੇ ਭਰਾਓ ਅਤੇ ਭੈਣੋ, ਜਿਵੇਂ ਕਿ ਅਸੀਂ ਸਾਰੇ ਇਸ ਰੋਜ਼ਿਆਂ ਦੇ ਦਿਨਾਂ ਵਿੱਚ ਆਪਣੇ ਆਪ ਨੂੰ ਪ੍ਰਭੂ ਯਿਸੂ ਮਸੀਹ ਦੇ ਦੁੱਖਾਂ ਦੇ ਵਿੱਚ ਭਾਗੀਦਾਰ ਹੋਣ ਲਈ ਤਿਆਰ ਕਰ ਰਹੇ ਹਾਂ, ਆਓ ਅੱਜ ਅਸੀਂ ਮਨਨ ਚਿੰਤਨ ਕਰੀਏ ਕਿ ਕਿਵੇਂ ਪ੍ਰਭੂ ਯਿਸੂ ਮਸੀਹ ਨੇ ਸਾਡੇ ਲਈ ਦੁੱਖ ਝੱਲੇ। ਪ੍ਰਭੂ ਯਿਸੂ ਮਸੀਹ ਦਾ ਦੁੱਖ ਉਸ ਦਾ ਆਪਣਾ ਦੁੱਖ ਨਹੀਂ ਸੀ, ਬਲਕਿ ਉਸ ਨੇ ਸਾਡੇ ਗੁਨਾਹਾਂ ਨੂੰ ਆਪਣੇ ਸਿਰ ਲੈ ਲਿਆ। ਉਸ ਦਾ ਦੁੱਖ ਸਿਰਫ ਸਾਡੇ ਗੁਨਾਹਾਂ ਦੇ ਕਾਰਨ ਸੀ, ਕਿਉਂਕਿ ਉਹ ਜਾਣਦਾ ਸੀ ਕਿ ਅਸੀਂ ਖੁਦ ਆਪਣੇ ਆਪ ਨੂੰ ਬਚਾ ਨਹੀਂ ਸਕਦੇ। ਇਸ ਲਈ ਉਸ ਨੇ ਸਾਨੂੰ ਬਚਾਉਣ ਲਈ ਇਹ ਸਾਰੇ ਦੁੱਖ ਝੱਲੇ। ਜਿਵੇਂ ਕਿ ਪਹਿਲੇ ਪਤਰਸ ਉਹਦੇ 2 ਬਾਬ ਦੀ 24 ਐਤ ਵਿੱਚ ਲਿਖਿਆ ਹੈ, ਉਸ ਨੇ ਆਪ ਸਾਡੇ ਪਾਪਾਂ ਨੂੰ ਆਪਣੇ ਉੱਤੇ ਸਲੀਬ ਦੇ ਦੁਆਰਾ ਚੁੱਕ ਲਿਆ ਕਿ ਅਸੀਂ ਪਾਪ ਦੇ ਲਈ ਮਰ ਜਾਈਏ ਅਤੇ ਧਾਰਮਿਕਤਾ ਦੇ ਲਈ ਜੀਏ। ਉਸ ਦੇ ਜ਼ਖਮਾਂ ਦੇ ਰਾਹੀਂ ਹੀ ਤੁਸੀਂ ਨਰੋਏ ਹੋਏ ਹੋ। ਇੱਕ ਇਨਸਾਨ ਹੋਣ ਦੇ ਨਾਂ ਤੇ ਇਹ ਬਹੁਤ ਮੁਸ਼ਕਿਲ ਹੈ, ਇੱਕ ਇਨਸਾਨ ਹੋਣ ਦੇ ਨਾਂ ਤੇ ਇਹ ਬਹੁਤ ਮੁਸ਼ਕਿਲ ਹੈ ਵਿਸ਼ਵਾਸ ਕਰਨਾ, ਕਿਉਂਕਿ ਬਚਪਨ ਤੋਂ ਹੀ ਅਸੀਂ ਆਪਣੇ ਪਾਪਾਂ ਦੇ ਰਾਹੀਂ ਪ੍ਰਭੂ ਦੇ ਪਿਆਰ ਨੂੰ ਨਹੀਂ ਸਮਝ ਸਕੇ ਅਤੇ ਆਪਣੇ ਗੁਨਾਹਾਂ ਦੇ ਰਾਹੀਂ ਉਸ ਤੋਂ ਦੂਰ ਹੋ ਚੁੱਕੇ ਹਾਂ। ਪ੍ਰਭੂ ਯਿਸੂ ਮਸੀਹ ਦੇ ਨਾਲ ਕਿਸੇ ਨੇ ਜ਼ਬਰਦਸਤੀ ਨਹੀਂ ਸੀ ਕੀਤੀ, ਬਲਕਿ ਉਸਨੇ ਖੁਦ ਇੱਕ ਆਗਿਆਕਾਰ ਬੇਟਾ ਹੋਣ ਦਾ ਫਰਜ਼ ਨਿਭਾਇਆ। ਇਸ ਦੀ ਉਦਾਹਰਨ ਅਸੀਂ ਵੇਖ ਸਕਦੇ ਹਾਂ ਸੰਤ ਲੂਕਾ ਦੀ ਅੰਜੀਲ ਉਹਦਾ 2 ਬਾਬ ਦੀ 48 ਅਤੇ 49 ਐਤ ਵਿੱਚ। ਜਦੋਂ ਪ੍ਰਭੂ ਯਿਸੂ ਮਸੀਹ 12 ਸਾਲਾਂ ਦਾ ਸੀ, ਜਦੋਂ ਆਪਣੇ ਮਾਤਾ ਪਿਤਾ ਦੇ ਨਾਲ ਹੈਕਲ ਵਿੱਚ ਗਿਆ ਤਾਂ ਉੱਥੇ ਗੁਆਚ ਜਾਂਦਾ ਹੈ। ਉਸ ਦੇ ਮਾਂ-ਬਾਪ ਸੋਚਦੇ ਹਨ ਕਿ ਉਹ ਉਹਨਾਂ ਦੇ ਰਿਸ਼ਤੇਦਾਰਾਂ ਦੇ ਨਾਲ ਹੋਵੇਗਾ, ਪਰ 3 ਦਿਨ ਦੇ ਬਾਅਦ ਜਦੋਂ ਉਹਨਾਂ ਨੇ ਦੇਖਿਆ ਕਿ ਪ੍ਰਭੂ ਯਿਸੂ ਮਸੀਹ ਉਹਨਾਂ ਦੇ ਨਾਲ ਨਹੀਂ ਸੀ ਤਾਂ ਉਹ ਵਾਪਸ ਹੈਕਲ ਦੇ ਵਿੱਚ ਆਏ। ਜਦੋਂ ਉਹ ਉੱਥੇ ਪਹੁੰਚੇ ਤਾਂ ਉਹਨਾਂ ਨੇ ਪ੍ਰਭੂ ਯਿਸੂ ਮਸੀਹ ਨੂੰ ਧਰਮ ਗੁਰੂਆਂ ਦੇ ਨਾਲ ਸਲਾਹ ਮਸ਼ਵਰਾ ਕਰਦਾ ਦੇਖਿਆ ਤਾਂ ਉਸ ਦੀ ਮਾਤਾ ਨੇ ਉਸ ਨੂੰ ਕਿਹਾ ਕਿ ਬੇਟਾ, ਤੂੰ ਸਾਡੇ ਨਾਲ ਇੰਜ ਕਿਉਂ ਕੀਤਾ? ਦੇਖ, ਤੇਰੇ ਪਿਤਾ ਅਤੇ ਮੈਂ ਦੁਖੀ ਹਾਂ। ਪ੍ਰਭੂ ਯਿਸੂ ਮਸੀਹ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਮੈਨੂੰ ਕਿਉਂ ਲੱਭ ਰਹੇ ਹੋ? ਕੀ ਤੁਹਾਨੂੰ ਨਹੀਂ ਪਤਾ ਕਿ ਮੈਂ ਆਪਣੇ ਪਿਤਾ ਦੇ ਘਰ ਵਿੱਚ ਹੋਣਾ ਹੈ? ਉਸ ਦਾ ਦੁੱਖ ਫਲਦਾਇਕ ਦੁੱਖ ਸੀ, ਕਿਉਂਕਿ ਯਿਸੂ ਦਾ ਦੁੱਖ ਇੱਕ ਵਿਰਾਤਮਕ ਦੁੱਖ ਸੀ। ਮਤਲਬ ਜੋ ਦੂਸਰਿਆਂ ਦੇ ਲਈ ਉਸਨੇ ਸਹਿਆ, ਉਸ ਦਾ ਦੁੱਖ ਆਪਣਾ ਨਹੀਂ ਬਲਕਿ ਦੂਜਿਆਂ ਦੇ ਲਈ ਸੀ। ਇਹ ਯਿਸੂ ਤੇ ਥੋਪਿਆ ਨਹੀਂ ਗਿਆ ਸੀ, ਬਲਕਿ ਉਸਨੇ ਖੁਦ ਆਪਣੇ ਆਪ ਪਿਤਾ ਦੀ ਮਰਜ਼ੀ ਪੂਰੀ ਕਰਨ ਲਈ ਆਪਣੇ ਸਿਰ ਤੇ ਲੈ ਲਿਆ। ਉਸ ਦਾ ਦੁੱਖ ਫਲਦਾਇਕ ਸੀ, ਕਿਉਂਕਿ ਉਹ ਉਸ ਦੇ ਲਈ ਨਹੀਂ ਸੀ ਬਲਕਿ ਸਾਰਿਆਂ ਦੇ ਲਈ ਸੀ, ਸੰਸਾਰ ਦੀ ਮੁਕਤੀ ਦੇ ਲਈ ਸੀ। ਉਸ ਦਾ ਦੁੱਖ ਮਨੁੱਖਤਾ ਦੇ ਲਈ ਸੀ। ਉਸ ਦਾ ਦੁੱਖ ਸਿਰਫ ਸਰੀਰਕ ਨਹੀਂ ਸੀ, ਸਗੋਂ ਮਨੋਵਿਗਿਆਨਿਕ ਅਤੇ ਭਾਵਨਾਤਮਕ ਤੌਰ ਤੇ ਸੀ। ਜਦੋਂ ਉਸ ਦੇ ਚੇਲਿਆਂ ਨੇ ਉਸ ਨੂੰ ਧੋਖਾ ਦਿੱਤਾ, ਜਦੋਂ ਅਸੀਂ ਸੰਤ ਮਰਕੁਸ ਦੀ ਅੰਜੀਲ ਉਹਦੇ 14 ਬਾਬ ਦੀ 50 ਐਤ ਪੜ੍ਹਦੇ ਹਾਂ
ਤਾਂ ਉਸ ਵਿੱਚ ਲਿਖਿਆ ਹੈ, ਉਸ ਵੇਲੇ ਸਾਰੇ ਚੇਲੇ ਯੀਸੂ ਨੂੰ ਛੱਡ ਕੇ ਨੱਠ ਗਏ। ਇਸ ਦੀ ਉਦਾਹਰਨ ਜੇਕਰ ਅਸੀਂ ਦੇਖੀਏ, ਮੰਨ ਲਓ ਕਿ ਜੇਕਰ ਸਾਡੇ ਪਰਿਵਾਰ ਵਿੱਚ ਕੋਈ ਹਮਲਾ ਕਰਦਾ ਹੈ ਤੇ ਬਾਕੀ ਸਾਰੇ ਜਾਣੇ ਉਸ ਨੂੰ ਛੱਡ ਕੇ ਭੱਜ ਜਾਂਦੇ ਹਨ, ਤਾਂ ਤੁਹਾਨੂੰ ਕਿਵੇਂ ਲੱਗੇਗਾ? ਅਸੀਂ ਕੀ ਸੋਚਾਂਗੇ ਕਿ ਉਸ ਨੂੰ ਸਾਡੀ ਪਰਵਾਹ ਨਹੀਂ ਹੈ, ਉਹ ਸਾਨੂੰ ਪਿਆਰ ਨਹੀਂ ਕਰਦਾ। ਅਸੀਂ ਇੱਕਦਮ ਦੁੱਖ ਵਿੱਚ ਹੋ ਜਾਵਾਂਗੇ। ਇਸੇ ਤਰ੍ਹਾਂ ਜਦੋਂ ਅਸੀਂ ਮੁਸੀਬਤ ਵਿੱਚ ਹੁੰਦੇ ਹਾਂ, ਤਾਂ ਜਦੋਂ ਸਾਡੇ ਨਜ਼ਦੀਕੀ ਰਿਸ਼ਤੇਦਾਰ, ਸਾਡੇ ਆਪਣੇ ਭੈਣ ਭਰਾ ਸਾਨੂੰ ਛੱਡ ਦਿੰਦੇ ਹਨ, ਤਾਂ ਸਾਨੂੰ ਬਹੁਤ ਦੁੱਖ ਲੱਗਦਾ ਹੈ। ਅਸੀਂ ਸੋਚਦੇ ਹਾਂ ਕਿ ਅੱਗੇ ਤੋਂ ਅਸੀਂ ਉਹਨਾਂ ਦਾ ਵੀ ਕੋਈ ਸਾਥ ਨਹੀਂ ਦੇਣਾ। ਇੱਥੋਂ ਤੱਕ ਕਿ ਜਦੋਂ ਉਹਨਾਂ ਦੇ ਘਰ ਦੇ ਵਿੱਚ ਕਿਸੇ ਦੀ ਮੌਤ ਵੀ ਹੋ ਜਾਂਦੀ ਹੈ, ਤਾਂ ਅਸੀਂ ਉਹਨਾਂ ਨੂੰ ਅਪਣਾਉਣ ਲਈ ਤਿਆਰ ਨਹੀਂ ਹਾਂ, ਕਿਉਂਕਿ ਉਹਨਾਂ ਨੇ ਸਾਨੂੰ ਸਾਡੇ ਦੁੱਖ ਵਿੱਚ ਸਾਡਾ ਸਾਥ ਨਹੀਂ ਦਿੱਤਾ। ਇਸੇ ਤਰ੍ਹਾਂ ਜਦੋਂ ਪ੍ਰਭੂ ਯੀਸੂ ਨੂੰ ਉਸਦੇ ਚੇਲੇ ਛੱਡ ਕੇ ਨੱਠ ਜਾਂਦੇ ਹਨ, ਤਾਂ ਪ੍ਰਭੂ ਯੀਸੂ ਮਸੀਹ ਨੂੰ ਵੀ ਬਹੁਤ ਦੁੱਖ ਲੱਗਾ ਹੋਵੇਗਾ, ਕਿਉਂਕਿ ਇੱਕ ਇਨਸਾਨ ਨੂੰ ਸਭ ਤੋਂ ਜ਼ਿਆਦਾ ਉਸਦੇ ਨਜ਼ਦੀਕੀਆਂ ਦੀ ਜ਼ਰੂਰਤ ਹੁੰਦੀ ਹੈ ਜਦੋਂ ਉਹ ਦੁੱਖ ਵਿੱਚ ਹੁੰਦਾ ਹੈ। ਪਰ ਪ੍ਰਭੂ ਯੀਸੂ ਦੇ ਚੇਲੇ ਉਸ ਨੂੰ ਛੱਡ ਕੇ, ਉਹ ਆਪਣੀਆਂ ਜਾਨਾਂ ਦੀ ਪਰਵਾਹ ਕਰਕੇ ਪ੍ਰਭੂ ਯੀਸੂ ਨੂੰ ਉੱਥੇ ਇਕੱਲੇ ਛੱਡ ਕੇ ਚਲੇ ਗਏ। ਪ੍ਰਭੂ ਯੀਸੂ ਦਾ ਪਿਆਰ ਅਜਿਹਾ ਨਹੀਂ ਹੈ ਜਿਵੇਂ ਕਿ ਸਾਡਾ। ਅਸੀਂ ਕੀ ਕਰਦੇ ਹਾਂ? ਅਸੀਂ ਸਿਰਫ ਆਪਣੇ ਲਈ ਜੀਂਦੇ ਹਾਂ, ਕਿ ਚਾਹੁੰਦੇ ਕਿ ਹਰ ਕੋਈ ਸਾਡੇ ਦੁੱਖ ਦੇ ਨਾਲ ਸਾਡੇ ਵਿੱਚ ਹੋਵੇ। ਪਰ ਪ੍ਰਭੂ ਯੀਸੂ ਮਸੀਹ ਦੇ ਨਾਲ ਦੁੱਖਾਂ ਦੇ ਵਿੱਚ ਕੋਈ ਵੀ ਨਹੀਂ ਸੀ, ਪਰ ਫਿਰ ਵੀ ਪ੍ਰਭੂ ਯੀਸੂ ਦਾ ਪਿਆਰ ਹਮੇਸ਼ਾ ਆਪਣੇ ਬੱਚਿਆਂ ਦੇ ਲਈ ਸੇਮ ਹੀ, ਇੱਕ ਹੀ ਰਹਿੰਦਾ ਹੈ। ਜਦੋਂ ਉਸ ਦਾ ਇਨਕਾਰ ਕੀਤਾ ਜਾਂਦਾ ਹੈ, ਜਦੋਂ ਅਸੀਂ ਮੱਤੀ ਦੀ ਅੰਜੀਲ ਉਹਦਾ 26 ਬਾਬ 69 ਤੋਂ 74 ਐਤ ਤੱਕ ਦੇਖਦੇ ਹਾਂ, ਤਾਂ ਅਸੀਂ ਦੇਖਦੇ ਹਾਂ ਕਿ ਜਦੋਂ ਪ੍ਰਭੂ ਯੀਸੂ ਮਸੀਹ ਨੂੰ ਫੜ ਕੇ ਲੈ ਜਾਇਆ ਜਾਂਦਾ ਹੈ, ਤਾਂ ਸੰਤ ਪਤਰਸ ਉਸ ਦੇ ਪਿੱਛੇ ਪਿੱਛੇ ਜਾਂਦਾ ਹੈ। ਜਦੋਂ ਉਹ ਉੱਥੇ ਪਹੁੰਚਦਾ ਹੈ, ਤਾਂ ਉਸ ਤੋਂ ਇੱਥੇ ਇੱਕ ਦਾਸੀ ਕਹਿੰਦੀ ਹੈ ਕਿ ਇਹ ਵੀ ਉਸ ਦੇ ਚੇਲਿਆਂ ਵਿੱਚੋਂ ਇੱਕ ਹੈ। ਤਾਂ ਸੰਤ ਪਤਰਸ ਕਹਿੰਦਾ ਹੈ ਕਿ ਨਹੀਂ, ਤੁਸੀਂ ਕੀ ਕਹਿ ਰਹੇ ਹੋ? ਮੈਂ ਨਹੀਂ ਹਾਂ, ਮੈਂ ਉਸ ਨੂੰ ਤਾਂ ਜਾਣਦਾ ਵੀ ਨਹੀਂ ਹਾਂ। ਫਿਰ ਉਹ ਉਸ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਜਦੋਂ ਜਾਂਦਾ ਹੈ, ਤਾਂ ਦੂਜੀ ਦਾਸੀ ਉਸ ਨੂੰ ਵੇਖ ਕੇ ਕਹਿੰਦੀ ਹੈ ਕਿ ਜ਼ਰੂਰ ਇਹ ਵੀ ਗਲੀਲ ਨਿਵਾਸੀ ਦੇ ਨਾਲ ਸੀ। ਉਹ ਸਹੁੰ ਚੁੱਕਦਾ ਹੈ ਕਿ ਮੈਂ ਤਾਂ ਇਸ ਆਦਮੀ ਨੂੰ ਜਾਣਦਾ ਵੀ ਨਹੀਂ ਹਾਂ। ਤਾਂ ਉਸ ਸਮੇਂ ਵੀ ਉਹ ਪ੍ਰਭੂ ਯੀਸੂ ਮਸੀਹ ਦਾ ਉੱਥੇ ਕੀ ਕਰਦਾ ਹੈ? ਇਨਕਾਰ ਕਰਦਾ ਹੈ। ਫਿਰ ਜਦੋਂ ਉਹ ਤੀਸਰੀ ਜਗ੍ਹਾ ਤੇ ਜਾਂਦਾ ਹੈ, ਤਾਂ ਇੱਕ ਪਹਿਰੇਦਾਰ ਕਹਿੰਦਾ ਹੈ ਕਿ ਜ਼ਰੂਰ ਇਹ ਵੀ ਨਾਸਰਤ ਨਿਵਾਸੀ ਦੇ ਨਾਲ ਸੀ, ਉਹਨਾਂ ਦੇ ਚੇਲਿਆਂ ਦੇ ਵਿੱਚੋਂ ਇੱਕ ਹੈ। ਤਾਂ ਸੰਤ ਪਤਰਸ ਆਪਣੇ ਆਪ ਨੂੰ ਬਹੁਤ ਬੁਰਾ ਭਲਾ ਕਹਿੰਦਾ ਹੋਇਆ ਕਹਿੰਦਾ ਹੈ, ਤੁਸੀਂ ਕਿਹੜੀਆਂ ਗੱਲਾਂ ਕਰ ਰਹੇ? ਮੈਨੂੰ ਨਹੀਂ ਪਤਾ, ਮੈਂ ਤਾਂ ਇਸ ਇਨਸਾਨ ਨੂੰ ਜਾਣਦਾ ਵੀ ਨਹੀਂ ਹਾਂ। ਤਾਂ ਉਸ ਸਮੇਂ ਪ੍ਰਭੂ ਯੀਸੂ ਮਸੀਹ ਦੇ ਮਨ ਨੂੰ ਜਾਂ ਉਸਦੀ ਭਾਵਨਾ ਨੂੰ ਕੀ ਪਹੁੰਚਦੀ ਹੈ? ਠੇਸ ਪਹੁੰਚਦੀ ਹੈ। ਅਸੀਂ ਆਪਣੇ ਗੁਨਾਹਾਂ ਦੇ ਕਾਰਨ ਅੱਜ ਪ੍ਰਭੂ ਯੀਸੂ ਮਸੀਹ ਨੂੰ ਦੁੱਖ ਦਿੰਦੇ ਹਾਂ। ਉਹ ਕਿਵੇਂ ਦੁੱਖ ਦਿੰਦੇ ਹਾਂ? ਹੋ ਸਕਦਾ ਹੈ ਕਿ ਅਸੀਂ ਪ੍ਰਭੂ ਯੀਸੂ ਮਸੀਹ ਦਾ ਇਨਕਾਰ ਕਈ ਤਰ੍ਹਾਂ ਕਰਦੇ ਹਾਂ ਆਪਣੀ ਜ਼ਿੰਦਗੀ ਦੇ ਵਿੱਚ। ਜਿਵੇਂ ਜ਼ਿਆਦਾਤਰ ਅੱਜ ਕੱਲ੍ਹ ਦੇਖੀਏ ਤਾਂ ਕਈ ਕੀ ਕਰਦੇ, ਬੱਚੇ ਕੀ ਕਰਦੇ, ਜੇਕਰ ਉਹਨਾਂ ਦੀ ਦੋਸਤੀ ਦੂਸਰਿਆਂ ਦੇ ਨਾਲ ਹੈ, ਜੇਕਰ ਉਹਨਾਂ ਦੇ ਗਲੇ ਦੇ ਵਿੱਚ ਰੋਸਰੀ ਹੈ, ਤਾਂ ਉਹ ਕੀ ਕਰਨਗੇ? ਉਸ ਰੋਸਰੀ ਨੂੰ ਛੁਪਾਉਣ ਦੀ ਕੋਸ਼ਿਸ਼ ਕਰਦੇ ਹੈ ਕਿ ਕੋਈ ਦੂਸਰਾ ਨਾ ਦੇਖ ਲੈ ਕਿ ਮੈਂ ਈਸਾਈ ਹਾਂ। ਤਾਂ ਉੱਥੇ ਕੀ ਅਸੀਂ ਕਰਦੇ ਹਾਂ? ਪ੍ਰਭੂ ਯੀਸੂ ਮਸੀਹ ਦਾ ਇਨਕਾਰ ਕਰਦੇ ਹਾਂ। ਫਿਰ ਦੂਸਰੇ ਦੇ ਸਾਹਮਣੇ ਇਹ ਕਹਿਣ ਤੋਂ ਸ਼ਰਮਾਉਂਦੇ ਹਾਂ ਕਿ ਮੈਂ ਇੱਕ ਈਸਾਈ ਹਾਂ। ਈਸਾਈ ਕਿਹਨੂੰ ਕਿਹਾ ਜਾਂਦਾ ਹੈ? ਈਸਾਈ ਉਹ ਹੈ ਜੋ ਪ੍ਰਭੂ ਯੀਸੂ ਮਸੀਹ ਦੇ ਨਾਮ ਨੂੰ ਮੰਨਦਾ ਹੈ। ਅਸੀਂ ਇਨਕਾਰ ਉਸ ਸਮੇਂ ਵੀ ਕਰਦੇ ਹਾਂ ਜਦੋਂ ਅਸੀਂ ਪ੍ਰਭੂ ਦੇ ਲਈ ਸਮਾਂ ਨਹੀਂ ਦਿੰਦੇ ਹਾਂ। ਇੱਕ ਵਾਰੀ ਇੱਕ ਕਹਾਣੀ ਹੈ ਕਿ ਇੱਕ ਪਰਿਵਾਰ ਹੁੰਦਾ ਹੈ ਕਿ ਜਦੋਂ ਉਹ ਸੁੱਤਾ ਉੱਠਦਾ ਹੈ, ਤਾਂ ਪ੍ਰਭੂ ਯੀਸੂ ਸੋਚਦਾ ਹੈ ਕਿ ਇਹ ਜਦੋਂ ਉੱਠੇਗਾ ਤਾਂ ਮੇਰਾ ਧੰਨਵਾਦ ਕਰੇਗਾ ਕਿ ਪ੍ਰਭੂ ਮੈਂ ਤੇਰਾ ਧੰਨਵਾਦ ਕਰਦਾ ਹਾਂ ਕਿ ਤੂੰ ਮੈਨੂੰ ਅੱਜ ਦਾ ਇਹ ਦਿਨ ਦੇਖਣ ਲਈ ਦਿੱਤਾ ਹੈ। ਤਾਂ ਜਦੋਂ ਉਹ ਆਦਮੀ ਉੱਠਦਾ ਹੈ, ਤਾਂ ਉਹ ਕੀ ਕਰਦਾ ਹੈ? ਉਸ ਨੂੰ ਪ੍ਰਾਰਥਨਾ ਕਰਨ ਦਾ ਵੀ ਧਿਆਨ ਨਹੀਂ। ਉਹ ਕੀ ਕਰਦਾ ਹੈ? ਆਪਣਾ ਮੋਬਾਈਲ ਚੁੱਕਦਾ ਹੈ ਤਾਂ ਮੈਸੇਜ ਦੇਖਣੇ ਅਤੇ ਭੇਜਣੇ ਸ਼ੁਰੂ ਕਰ ਦਿੰਦਾ ਹੈ। ਉਸ ਨੂੰ ਮੈਸੇਜ ਭੇਜਣ ਤੇ ਮੈਸੇਜ ਦੇਖਣ ਦਾ ਟਾਈਮ ਹੈ, ਪਰ ਉਸਦੇ ਕੋਲ ਖੁਦਾ ਨੂੰ ਧੰਨਵਾਦ ਕਰਨ ਦਾ ਟਾਈਮ ਨਹੀਂ ਹੈ ਕਿ ਖੁਦਾ ਮੈਂ ਧੰਨਵਾਦ ਕਰਦਾ ਹਾਂ ਕਿ ਤੂੰ ਮੈਨੂੰ ਇੱਕ ਹੋਰ ਦਿਨ ਦੇਖਣ ਲਈ ਦਿੱਤਾ ਹੈ। ਫਿਰ ਖੁਦਾ ਸੋਚਦਾ ਹੈ ਚਲੋ ਕੋਈ ਗੱਲ ਨਹੀਂ। ਉਹ ਆਪਣੇ ਦੋਸਤਾਂ ਨੂੰ
ਮੈਸੇਜ ਕਰ ਰਿਹਾ, ਠੀਕ ਹੈ, ਇਸ ਤੋਂ ਬਾਅਦ ਸ਼ਾਇਦ ਜਦੋਂ ਨਹਾ ਧੋ ਕੇ ਆਏਗਾ, ਤਿਆਰ ਹੋਵੇਗਾ, ਤਾਂ ਸ਼ਾਇਦ ਮੇਰਾ ਧੰਨਵਾਦ ਕਰੇਗਾ। ਉਹ ਨਹਾ ਕੇ ਆਂਦਾ, ਤਿਆਰ ਹੋ ਜਾਂਦਾ, ਫਿਰ ਵੀ ਖੁਦਾ ਦਾ ਧੰਨਵਾਦ ਨਹੀਂ ਕਰਦਾ। ਉਸ ਤੋਂ ਬਾਅਦ ਖੁਦਾ ਸੋਚਦਾ ਚਲੋ ਕੋਈ ਗੱਲ ਨਹੀਂ, ਹੁਣ ਉਹ ਆਪਣੇ ਕੰਮ ਵਾਸਤੇ ਜਾ ਰਿਹਾ ਤੇ ਜ਼ਰੂਰ ਕਹੇਗਾ ਕਿ ਐ ਪ੍ਰਭੂ ਮੇਰੇ ਨਾਲ ਆ, ਮੈਂ ਕੰਮ ਕਰਨ ਲਈ ਜਾ ਰਿਹਾ, ਤੂੰ ਮੇਰੇ ਨਾਲ ਆ ਤੇ ਮੇਰੇ ਕੰਮ ਦੇ ਵਿੱਚ ਮੇਰੀ ਮਦਦ ਕਰ। ਤਾਂ ਉਹ ਇਨਸਾਨ ਕੀ ਕਰਦਾ, ਉਹ ਫਿਰ ਵੀ ਉਸਨੂੰ ਧੰਨਵਾਦ ਨਹੀਂ ਕਹਿੰਦਾ, ਨਾ ਹੀ ਪ੍ਰਭੂ ਨੂੰ ਕਹਿੰਦਾ ਹੈ ਕਿ ਐ ਪ੍ਰਭੂ ਮੈਂ ਕੰਮ ਕਰਨ ਲਈ ਜਾ ਰਿਹਾ, ਮੈਨੂੰ ਆਪਣੀ ਆਸ਼ੀਸ਼ ਦੇ ਤਾਂ ਕਿ ਮੈਂ ਆਪਣੇ ਕੰਮ ਨੂੰ ਕਰ ਸਕਾਂ। ਉਹ ਫਿਰ ਵੀ ਪ੍ਰਭੂ ਨੂੰ ਧੰਨਵਾਦ ਨਹੀਂ ਕਹਿੰਦਾ ਹੈ। ਉਸ ਤੋਂ ਬਾਅਦ ਜਦੋਂ ਉਹ ਆਪਣੀ ਗੱਡੀ ਚਲਾਉਂਦਾ ਜਾਂ ਬਾਈਕ ਚਲਾਉਂਦਾ ਹੈ ਤਾਂ ਖੁਦਾ ਸੋਚਦਾ ਚਲੋ ਹੁਣ ਕਹੇਗਾ ਕਿ ਐ ਪ੍ਰਭੂ ਮੇਰੇ ਨਾਲ ਆ ਤੇ ਮੇਰੇ ਸਫ਼ਰ ਦੇ ਵਿੱਚ ਮੇਰੀ ਸਹਾਇਤਾ ਕਰ। ਤਾਂ ਉਸ ਸਮੇਂ ਵੀ ਉਹ ਕੀ ਕਰਦਾ ਹੈ, ਆਪਣੀ ਬਾਈਕ ਜਾਂ ਗੱਡੀ ਚਲਾ ਕੇ ਚਲਾ ਜਾਂਦਾ ਹੈ, ਖੁਦਾ ਨੂੰ ਫਿਰ ਵੀ ਧੰਨਵਾਦ ਨਹੀਂ ਕਰਦਾ ਹੈ। ਜਦੋਂ ਆਫਿਸ ਪਹੁੰਚਦਾ ਹੈ ਆਪਣਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ, ਖੁਦਾ ਸੋਚਦਾ ਚਲੋ ਕਮ ਸੇ ਕਮ ਹੁਣ ਮੈਨੂੰ ਯਾਦ ਕਰੇਗਾ, ਪਰ ਉਹ ਇਨਸਾਨ ਫਿਰ ਵੀ ਖੁਦਾ ਨੂੰ ਯਾਦ ਨਹੀਂ ਕਰਦਾ ਹੈ। ਉਸ ਤੋਂ ਬਾਅਦ ਆਪਣੇ ਕੰਮ ਕਾਰ ਤੋਂ ਬਾਅਦ ਜਦੋਂ ਸ਼ਾਮ ਨੂੰ ਉਹ ਘਰ ਆਉਂਦਾ ਹੈ ਤਾਂ ਖੁਦਾ ਸੋਚਦਾ ਹੈ ਚਲੋ ਹੁਣ ਉਹਦੇ ਸਾਰੇ ਦਿਨ ਦੇ ਜੋ ਕੰਮ ਸੀ ਸਾਰੇ ਖਤਮ ਹੋ ਗਏ। ਹੋ ਸਕਦਾ ਉਹਨੂੰ ਦਿਨ ਵਿੱਚ ਆਪਣੇ ਕੰਮਾਂ ਦੀ ਚਿੰਤਾ ਸੀ, ਇਸ ਕਰਕੇ ਉਹਨੇ ਨਹੀਂ ਧੰਨਵਾਦ ਦਿੱਤਾ। ਚਲੋ ਹੁਣ ਇਹਦੇ ਕੰਮ ਸਾਰੇ ਖਤਮ ਹੋ ਗਏ ਹਨ, ਤਾਂ ਸ਼ਾਇਦ ਹੁਣ ਇਹ ਮੇਰੇ ਵਾਸਤੇ ਕੁਝ ਸਮਾਂ ਕੱਢੇਗਾ ਅਤੇ ਪ੍ਰਾਰਥਨਾ ਦੇ ਵਿੱਚ ਬੈਠੇਗਾ, ਮੇਰੇ ਨਾਲ ਗੱਲਬਾਤ ਕਰੇਗਾ। ਮੈਂ ਵੀ ਉਸ ਨੂੰ ਸੁਣਨਾ ਚਾਹੁੰਦਾ ਹੈ ਕਿ ਉਸ ਦਾ ਇਹ ਦਿਨ ਅੱਜ ਕਿਵੇਂ ਗਿਆ। ਤਾਂ ਕੀ ਹੁੰਦਾ ਹੈ, ਜਦੋਂ ਸ਼ਾਮ ਨੂੰ ਘਰ ਆਉਂਦਾ ਹੈ, ਰੋਟੀ ਖਾਂਦਾ ਹੈ, ਚਾਹ ਪੀਂਦਾ ਹੈ, ਫਿਰ ਸੌਣ ਨੂੰ ਚਲਾ ਜਾਂਦਾ, ਫਿਰ ਵੀ ਖੁਦਾ ਨੂੰ ਧੰਨਵਾਦ ਨਹੀਂ ਕਰਦਾ। ਪਰ ਖੁਦਾ ਕੀ ਹੈ, ਹਮੇਸ਼ਾ ਆਪਣੇ ਬੱਚਿਆਂ ਦੇ ਇੰਤਜ਼ਾਰ ਵਿੱਚ ਹੈ ਕਿ ਉਸ ਦਾ ਬੱਚਾ ਕਦੋਂ ਉਸ ਦੇ ਕੋਲ ਆਵੇ। ਜਦੋਂ ਅਸੀਂ ਇਹ ਸਭ ਕਰਦੇ ਤਾਂ ਕੀ ਅਸੀਂ ਖੁਦਾ ਦਾ ਇਨਕਾਰ ਨਹੀਂ ਕਰਦੇ? ਜਿਵੇਂ ਸੰਤ ਪਤਰਸ ਨੇ ਪ੍ਰਭੂ ਯਿਸੂ ਦਾ ਇਨਕਾਰ ਕੀਤਾ, ਉਸੇ ਤਰ੍ਹਾਂ ਅਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਵਾਰੀ ਖੁਦਾ ਦਾ ਇਨਕਾਰ ਕਰਦੇ ਹਾਂ। ਜਦੋਂ ਪ੍ਰਾਰਥਨਾ ਸਭ ਹੁੰਦੀ ਹੈ, ਜੇਕਰ ਕਿਸੇ ਨੂੰ ਬੋਲਿਆ ਜਾਏ, ਜਦੋਂ ਪ੍ਰਾਰਥਨਾ ਚੱਲ ਕਹੀਏ ਹਾਲੇਲੂਇਆ, ਹੱਥ ਉੱਪਰ ਜਾਂਦਾ ਨਾ, ਇੱਥੇ ਹਾਲੇਲੂਇਆ ਕੋਈ ਤਾਂ ਕਹਿੰਦਾ ਵੀ ਨਹੀਂ, ਇੰਨੇ ਸ਼ਰਮਾਉਂਦੇ ਹਾਲੇਲੂਇਆ ਕਹਿਣ ਤੇ। ਉਸ ਸਮੇਂ ਵੀ ਅਸੀਂ ਕੀ ਕਰਦੇ ਹਾਂ, ਖੁਦਾ ਦਾ ਇਨਕਾਰ ਕਰਦੇ ਹਾਂ। ਹਾਲੇਲੂਇਆ ਦਾ ਮਤਲਬ ਕੀ ਹੈ? ਖੁਦਾ ਦੀ ਸਤੁਤੀ ਕਰਨੀ, ਖੁਦਾ ਦੀ ਪ੍ਰਸ਼ੰਸਾ ਕਰਨੀ। ਅਤੇ ਜਦੋਂ ਅਸੀਂ ਉਹ ਕਹਿਣ ਤੋਂ ਸ਼ਰਮਾਉਂਦੇ ਹਾਂ, ਇਹਦਾ ਮਤਲਬ ਅਸੀਂ ਪ੍ਰਭੂ ਯਿਸੂ ਦੇ ਨਾਂ ਤੋਂ ਸ਼ਰਮਾਉਂਦੇ ਹਾਂ, ਅਸੀਂ ਪ੍ਰਭੂ ਦਾ ਇਨਕਾਰ ਕਰਦੇ ਹਾਂ। ਜਦੋਂ ਉਸ ਨੂੰ ਆਪਣੇ ਲੋਕਾਂ ਦੇ ਰਾਹੀਂ ਅਪਮਾਨਿਤ ਕੀਤਾ ਗਿਆ, ਉਸ ਨੂੰ ਭਾਵਨਾਤਮਕ ਤੌਰ ਤੇ ਉਸ ਨੂੰ ਦੁੱਖ ਹੋਇਆ, ਉਸ ਨੇ ਦੁੱਖ ਸਹਿਆ। ਜਦੋਂ ਉਸ ਦੇ ਖੁਦ ਚੇਲਿਆਂ ਨੇ ਉਸ ਦਾ ਇਨਕਾਰ ਕੀਤਾ, ਜਦੋਂ ਉਸ ਨੂੰ ਇਕੱਲੇ ਛੱਡ ਕੇ ਚਲੇ ਗਏ, ਉਸਨੇ ਆਪਣੇ ਸਰੀਰ ਤੇ ਦੁੱਖ ਝੱਲੇ, ਕੋੜੇ ਖਾਧੇ ਅਤੇ ਜ਼ਖਮ ਸਹਿੰਦੇ ਹੋਏ ਉਸਨੇ ਆਪਣੇ ਆਪ ਵਿੱਚ ਇਕੱਲੇਪਣ ਨੂੰ ਮਹਿਸੂਸ ਕੀਤਾ। ਜਦੋਂ ਅਸੀਂ ਬਾਈਬਲ ਵਿੱਚ ਵੇਖਦੇ ਹਾਂ ਕਿ ਕਿਵੇਂ ਪ੍ਰਭੂ ਯਿਸੂ ਮਸੀਹ ਨੂੰ ਚੇਲਿਆਂ ਨੇ ਸੋਚਿਆ ਕਿ ਉਹ ਇੱਕ ਮਹਾਨ ਹੋਵੇਗਾ। ਜਦੋਂ ਅਸੀਂ ਕਿਸੇ ਨੇਤਾ ਜਾਂ ਅਫਸਰ ਦੇ ਨਾਲ ਹੁੰਦੇ ਹਾਂ ਤਾਂ ਸਾਨੂੰ ਆਪਣੇ ਆਪ ਵਿੱਚ ਕੀ ਹੁੰਦਾ ਹੈ? ਬਹੁਤ ਫਕਰ ਹੁੰਦਾ ਹੈ। ਅਸੀਂ ਸੋਚਦੇ ਹਾਂ ਕਿ ਅਸੀਂ ਮਹਾਨ ਆਦਮੀ ਦੇ ਨਾਲ ਹੈ ਤੇ ਅਸੀਂ ਜੋ ਕੁਝ ਵੀ ਕਹਾਂਗੇ ਉਹ ਹੋ ਜਾਵੇਗਾ, ਉਹ ਮਹਾਨ ਹੈ। ਕਿਉਂਕਿ ਜਦੋਂ ਅਸੀਂ ਮਹਾਨ ਆਦਮੀ ਦੇ ਨਾਲ ਹੈ ਤਾਂ ਸਾਰੇ ਲੋਕੀ ਕੀ ਕਰਦੇ? ਸਾਡੀ ਇੱਜ਼ਤ ਕਰਦੇ ਹੈ। ਉਸੇ ਤਰ੍ਹਾਂ ਹੀ ਚੇਲਿਆਂ ਨੇ ਸੋਚਿਆ ਕਿ ਪ੍ਰਭੂ ਯਿਸੂ ਮਸੀਹ ਇੱਕ ਬਹੁਤ ਹੀ ਮਹਾਨ ਹਸਤੀ ਹੈ, ਪ੍ਰਭੂ ਯਿਸੂ ਮਸੀਹ ਬਹੁਤ ਮਹਾਨ ਹਨ। ਜਦੋਂ ਪ੍ਰਭੂ ਯਿਸੂ ਮਸੀਹ ਨੂੰ ਉਹਨਾਂ ਨੇ ਮਹਾਨ ਮੰਨ ਲਿਆ ਤਾਂ ਕੀ ਹੁੰਦਾ ਹੈ? ਜਦੋਂ ਪ੍ਰਭੂ ਯਿਸੂ ਮਸੀਹ ਉਹਨਾਂ ਨੂੰ ਦੱਸਦਾ ਹੈ ਖੁਦਾ ਦੇ ਬੇਟੇ ਦੇ ਲਈ ਸਲੀਬ ਉੱਤੇ ਚੜ੍ਹ ਜਾਣਾ ਬਹੁਤ ਜ਼ਰੂਰੀ ਹੈ, ਤਾਂ ਉਸ ਸਮੇਂ ਚੇਲੇ ਕੀ ਸੋਚਦੇ ਹੈ? ਉਹਨਾਂ ਨੇ ਤਾਂ ਕਦੀ ਇਸ ਕਲਪਨਾ ਵੀ ਨਹੀਂ ਸੀ ਕੀਤੀ ਕਿ ਪ੍ਰਭੂ ਯਿਸੂ ਮਸੀਹ ਇਸ ਤਰ੍ਹਾਂ ਮਾਰੇ ਜਾਣਗੇ, ਉਹ ਇਸ ਤਰ੍ਹਾਂ ਸਲੀਬ ਦੇ ਉੱਤੇ ਚੜਾਏ ਜਾਣਗੇ। ਜਦੋਂ ਪ੍ਰਭੂ ਯਿਸੂ ਮਸੀਹ ਤਾਬੋਰ ਪਹਾੜ ਤੇ ਜਾਂਦਾ ਹੈ ਆਪਣੇ ਚੇਲਿਆਂ ਦੇ ਨਾਲ, ਤਾਂ ਚੇਲੇ ਉਸ ਦਾ ਜਲਾਲੀ ਰੂਪ ਦੇਖ ਕੇ ਬਹੁਤ ਖੁਸ਼ ਹੁੰਦੇ ਹਨ ਅਤੇ ਉਹ ਚਾਹੁੰਦੇ ਹਨ ਕਿ ਉਹ ਸਿਰਫ ਪ੍ਰਭੂ ਯਿਸੂ ਮਸੀਹ ਦਾ ਜਲਾਲੀ ਰੂਪ ਹੀ ਦੇਖਣ। ਪਰ ਉਹਨਾਂ ਨੇ ਕਦੇ ਨਹੀਂ ਸੋਚਿਆ ਕਿ ਉਹ ਪ੍ਰਭੂ ਯਿਸੂ ਮਸੀਹ ਨੂੰ ਦੁੱਖਾਂ ਦੇ ਵਿੱਚ ਵੀ ਦੇਖਣਗੇ, ਉਸ ਨੂੰ ਕੋੜੇ ਮਾਰਦੇ ਜਾਂ ਉਸ ਨੂੰ ਸਲੀਬ ਚੁੱਕੀ ਜਾਂਦਿਆਂ ਵੀ ਦੇਖਣਗੇ। ਸੰਤ ਪਤਰਸ ਨੇ ਕਿਹਾ ਕਿ ਕਿੰਨਾ ਚੰਗਾ ਹੈ ਕਿ ਅਸੀਂ ਇੱਥੇ ਹਾਂ। ਉਹ ਸੋਚਦੇ ਸਨ ਕਿ ਉਹ ਸਿਰਫ ਪ੍ਰਭੂ ਯਿਸੂ ਦੇ ਮਹਾਨ ਕੰਮ ਦੇਖਣਗੇ।
ਯਸ਼ਾਇਆ ਨਬੀ ਦਾ ਗ੍ਰੰਥ ਉਹਦਾ 53 ਬਾਬ ਦੀ 3 ਤੋਂ 12 ਆਇਤ ਵਿੱਚ ਅਸੀਂ ਦੇਖਦੇ ਹਾਂ ਕਿ ਪ੍ਰਭੂ ਯਿਸੂ ਮਸੀਹ ਦੇ ਦੁੱਖਾਂ ਦੇ ਬਾਰੇ ਪਹਿਲਾਂ ਹੀ ਭਵਿੱਖਬਾਣੀ ਕੀਤੀ ਗਈ ਸੀ ਕਿ ਉਹ ਦੁੱਖ ਸਹੇਗਾ। ਸੰਤ ਮੱਤੀ ਦੀ ਅੰਜੀਲ ਉਹਦਾ 16 ਬਾਬ ਦੀ 21 ਆਇਤ ਵਿੱਚ ਜਦੋਂ ਅਸੀਂ ਦੇਖਦੇ ਹਾਂ ਤਾਂ ਜਦੋਂ ਪ੍ਰਭੂ ਯਿਸੂ ਮਸੀਹ ਆਪਣੇ ਚੇਲਿਆਂ ਦੇ ਨਾਲ ਜਰੂਸ਼ਲਮ ਨੂੰ ਜਾਂਦਾ ਹੈ ਤਾਂ ਉਹ ਆਪਣੀ ਮੌਤ ਦੇ ਬਾਰੇ ਉਹਨਾਂ ਨੂੰ ਦੱਸਦਾ ਹੈ ਕਿ ਕਿਵੇਂ ਪ੍ਰਭੂ ਯਿਸੂ ਨੇ ਦੁੱਖ ਝੱਲੇ, ਇਹ ਖੁਦਾ ਦੀ ਮਰਜ਼ੀ ਸੀ। ਪਰ ਸਾਡੇ ਦੁੱਖ ਕੀ ਹਨ? ਸਾਡੇ ਦੁੱਖ ਸਿਰਫ ਸਾਡੇ ਹੀ ਹਨ। ਇੱਕ ਇਨਸਾਨ ਹੋਣ ਦੇ ਨਾਤੇ ਪ੍ਰਭੂ ਯਿਸੂ ਮਸੀਹ ਵੀ ਕਮਜ਼ੋਰ ਪੈ ਗਏ। ਜਦੋਂ ਗਤਸਮਨੀ ਦੇ ਬਾਗ ਦੇ ਵਿੱਚ ਪ੍ਰਾਰਥਨਾ ਕਰ ਰਹੇ ਸਨ ਤਾਂ ਜੋ ਉਸ ਦਾ ਪਸੀਨਾ ਸੀ ਉਹ ਖੂਨ ਦੇ ਵਿੱਚ ਬਦਲ ਗਿਆ, ਕਿਉਂਕਿ ਉਸ ਸਮੇਂ ਇੱਕ ਇਨਸਾਨ ਹੋਣ ਦੇ ਨਾਤੇ ਪ੍ਰਭੂ ਯਿਸੂ ਮਸੀਹ ਨੇ ਵੀ ਆਪਣੇ ਆਪ ਨੂੰ ਕਮਜ਼ੋਰ ਮਹਿਸੂਸ ਕੀਤਾ। ਸੰਤ ਮੱਤੀ ਦੀ ਅੰਜੀਲ ਉਹਦਾ 4 ਬਾਬ ਦੀ 1 ਤੋਂ 2 ਆਇਤ ਵਿੱਚ ਜਦੋਂ ਅਸੀਂ ਦੇਖਦੇ ਹਾਂ ਤਾਂ ਜਦੋਂ ਪ੍ਰਭੂ ਯਿਸੂ ਮਸੀਹ ਨੂੰ ਪਰਤਾਇਆ ਜਾਂਦਾ ਹੈ ਤਾਂ ਪ੍ਰਭੂ ਯਿਸੂ ਮਸੀਹ ਕਹਿੰਦਾ ਹੈ ਕਿ ਮਨੁੱਖ ਸਿਰਫ ਰੋਟੀ ਦੇ ਨਾਲ ਹੀ ਜਿੰਦਾ ਨਹੀਂ ਹੈ, ਬਲਕਿ ਉਹ ਪ੍ਰਭੂ ਦੇ ਮੂੰਹ ਦੇ ਵਿੱਚੋਂ ਨਿਕਲੇ ਹੋਏ ਹਰ ਇੱਕ ਸ਼ਬਦ ਦੇ ਨਾਲ ਜਿੰਦਾ ਹੈ। ਪ੍ਰਭੂ ਯਿਸੂ ਕਹਿੰਦਾ ਹੈ ਕਿ हे ਪਿਤਾ, ਜੇਕਰ ਹੋ ਸਕੇ ਤਾਂ ਇਹ ਪਿਆਲਾ ਮੇਰੇ ਤੋਂ ਹਟਾ ਲਿਆ ਜਾਵੇ, ਪਰ ਮੇਰੀ ਮਰਜ਼ੀ ਨਹੀਂ ਬਲਕਿ ਤੁਹਾਡੀ ਮਰਜ਼ੀ ਪੂਰੀ ਹੋਵੇ। ਸੰਤ ਲੂਕਾ ਦੀ ਅੰਜੀਲ ਉਹਦੇ 22 ਬਾਬ ਦੀ 42 ਆਇਤ ਵਿੱਚ ਜਦੋਂ ਅਸੀਂ ਦੇਖਦੇ ਹਾਂ ਤਾਂ ਜਦੋਂ ਪ੍ਰਭੂ ਯਿਸੂ ਮਸੀਹ ਗਤਸਮਨੀ ਵਿੱਚ ਬਹੁਤ ਦਰਦ ਵਿੱਚ ਸੀ ਤਾਂ ਉਹ ਆਪਣੇ ਚੇਲਿਆਂ ਨੂੰ ਕਹਿੰਦਾ ਹੈ, ਇੱਥੇ ਰਹੋ ਅਤੇ ਮੇਰੇ ਨਾਲ ਜਾਗਦੇ ਰਹੋ। ਤਾਂ ਕੀ ਹੋਇਆ? ਉਹ ਸੋ ਜਾਂਦੇ ਹਨ। 3 ਵਾਰੀ ਪ੍ਰਭੂ ਯਿਸੂ ਮਸੀਹ ਉਹਨਾਂ ਦੇ ਕੋਲ ਜਾਂਦਾ ਹੈ ਅਤੇ ਉਹਨਾਂ ਨੂੰ ਕਹਿੰਦਾ ਹੈ ਕਿ ਤੁਸੀਂ ਮੇਰੇ ਨਾਲ ਜਾਗਦੇ ਰਹੋ ਅਤੇ ਪ੍ਰਾਰਥਨਾ ਕਰੋ, ਪਰ ਫਿਰ ਵੀ ਚੇਲੇ ਕੀ ਕਰਦੇ ਹਨ? ਉਹ ਸੋ ਜਾਂਦੇ ਹਨ। ਉਸੇ ਤਰ੍ਹਾਂ ਅੱਜ ਵੀ ਸਾਨੂੰ ਸਾਰਿਆਂ ਨੂੰ ਪ੍ਰਭੂ ਇਹੀ ਕਹਿੰਦਾ ਹੈ ਕਿ ਤੁਸੀਂ ਮੇਰੇ ਦੁੱਖਾਂ ਦੇ ਵਿੱਚ ਭਾਗੀਦਾਰ ਹੋਵੋ। ਅਸੀਂ ਆਪਣੇ ਦੁੱਖਾਂ ਵਿੱਚ ਕਿਵੇਂ ਭਾਗੀਦਾਰ ਹੋ ਸਕਦੇ ਹਾਂ? ਜਦੋਂ ਸਾਡੀ ਜ਼ਿੰਦਗੀ ਦੇ ਦੁੱਖ ਮੁਸੀਬਤਾਂ ਆਉਂਦੀਆਂ ਹਨ ਤਾਂ ਸਾਨੂੰ ਸੋਚਣਾ ਚਾਹੀਦਾ ਹੈ ਉਸ ਪ੍ਰਭੂ ਦੇ ਦੁੱਖ, ਉਹ ਪ੍ਰਭੂ ਯਿਸੂ ਨੇ ਜੋ ਦੁੱਖ ਸਲੀਬ ਦੇ ਉੱਤੇ ਸਹੇ, ਕਿ ਸਾਡੇ ਦੁੱਖ ਪ੍ਰਭੂ ਯਿਸੂ ਦੇ ਦੁੱਖਾਂ ਤੋਂ ਜ਼ਿਆਦਾ ਹਨ। ਅਸੀਂ ਉਸ ਪ੍ਰਭੂ ਦੀ ਸਹਾਇਤਾ ਮੰਗੀ। ਆਓ ਅੱਜ ਅਸੀਂ ਪ੍ਰਭੂ ਦੇ ਅੱਗੇ ਪ੍ਰਾਰਥਨਾ ਕਰੀਏ ਕਿ ਐ ਪ੍ਰਭੂ, ਸਾਨੂੰ ਆਪਣੀ ਪਵਿੱਤਰ ਆਤਮਾ ਦੇ ਨਾਲ ਭਰਪੂਰ ਕਰੋ ਤਾਂ ਜੋ ਅਸੀਂ ਆਪਣੇ ਦੁੱਖਾਂ ਦੇ ਵਿੱਚ ਵੀ ਤੁਹਾਡੀ ਮਰਜ਼ੀ ਨੂੰ ਸਮਝੀਏ। ਆਪਣੇ ਦੁੱਖਾਂ ਦੇ ਰਾਹੀਂ, ਆਪਣੇ ਮੁਸ਼ਕਲਾਂ ਦੇ ਰਾਹੀਂ, ਆਪਣੀ ਪਰੇਸ਼ਾਨੀਆਂ ਦੇ ਰਾਹੀਂ ਅਸੀਂ ਤੁਹਾਡੇ ਦੁੱਖਾਂ ਦੇ ਵਿੱਚ ਭਾਗੀਦਾਰ ਹੋ ਸਕੀਏ। ਬਾਪ ਅਤੇ ਬੇਟੇ ਤੇ ਰੂਹ ਪਾਕ ਦੇ ਨਾਮ ਉੱਤੇ ਆਮੀਨ। टेलीफोन प्रार्थना प्रार्थना भवन विखे। टेलीफोन प्रार्थना शरीरिक चंगियाई, घर विच बरकत, नशे की गुलामी तो छुटकारा पाने लई प्रार्थना भवन विखे टेलीफोन द्वारा प्रार्थना प्राप्त करो। सिर्फ प्रार्थना भवन टीवी ते अते देखते रहो प्रार्थना भवन टीवी।